ਗੁਰੂ ਪਿਆਰਿਓ, ਆਓ ਸਭ ਤੋਂ ਪਹਿਲਾਂ ਬੜੇ ਹੀ ਅਦਬ ਸਤਿਕਾਰ ਨਾਲ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਗੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੱਲ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਬਾਰੇ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪ੍ਰਬੰਧ ਇੱਕ ਅਜਿਹਾ ਅਵਸ਼ਕ ਕੰਮ ਹੈ ਕਿ ਪ੍ਰਜਾ ਦੀ ਖੁਸ਼ਹਾਲੀ, ਮੁਲਕ ਦਾ ਅਮਨ ਅਤੇ ਰਾਜ ਦੀ ਉੱਨਤੀ ਇਸੇ 'ਤੇ ਹੀ ਨਿਰਭਰ ਹੁੰਦੀ ਹੈ ਅਤੇ ਰਾਜੇ ਦੀ ਲਿਆਕਤ ਅਤੇ ਚਾਲ ਚੱਲਣ ਦਾ ਅੰਦਾਜ਼ਾ ਵੀ ਇਸੇ ਤੋਂ ਹੀ ਲੱਗ ਸਕਦਾ। ਪਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰਧ 'ਤੇ ਕਿਸੇ ਵੀ ਇਤਿਹਾਸਕਾਰ ਨੇ ਚਾਨਣਾ ਨਹੀਂ ਪਾਇਆ। ਉਸ ਵੇਲੇ ਦੀਆਂ ਬਹੁਤ ਸਾਰੀਆਂ ਫਾਰਸੀ ਲਿਖਤਾਂ ਤਾਂ ਇਸ ਪਾਸਿਓਂ ਬਿਲਕੁਲ ਚੁੱਪ ਹਨ ਅਤੇ ਅੰਗਰੇਜ਼ ਇਤਿਹਾਸਕਾਰਾਂ ਨੇ ਜੇ ਕੁਝ ਲਿਖਿਆ ਵੀ ਹੈ ਤਾਂ ਐਸੇ ਗੜਬੜ ਤਰੀਕੇ ਨਾਲ ਅਤੇ ਅਧੂਰਾ ਲਿਖਿਆ ਹੈ ਕਿ ਜਿਸ ਤੋਂ ਪੂਰਾ ਪਤਾ ਬਿਲਕੁਲ ਨਹੀਂ ਲੱਗ ਸਕਦਾ। ਇਸ ਲਈ ਮੈਂ ਆਪਣੀ ਸਮਝ ਅਨੁਸਾਰ ਸਰਕਾਰੀ ਰਿਪੋਰਟਾਂ, ਪੁਰਾਣੇ ਕਾਗਜ਼ਾਂ, ਫਾਰਸੀ ਕਵਿਤਾਵਾਂ ਅਤੇ ਕੁਝ ਅੰਗਰੇਜ਼ ਇਤਿਹਾਸਕਾਰਾਂ ਦੀਆਂ ਪੁਰਾਣੀਆਂ ਲਿਖਤਾਂ ਦੇ ਆਧਾਰ 'ਤੇ ਪੂਰੀ ਤਰਤੀਬ ਨਾਲ ਰਾਜ ਪ੍ਰਬੰਧ ਅਤੇ ਉਸ ਦਾ ਲੋਕਾਂ ਉੱਤੇ ਅਸਰ ਵਰਣਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਨੂੰ 3 ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਨੰਬਰ 1 ਮੁਲਕੀ ਪ੍ਰਬੰਧ ਜਾਣੀ ਪੋਲੀਟੀਕਲ ਐਡਮਿਨਿਸਟ੍ਰੇਸ਼ਨ। ਨੰਬਰ 2 ਮੁਕਾਮੀ ਪ੍ਰਬੰਧ ਜਾਣੀ ਲੋਕਲ ਐਡਮਿਨਿਸਟ੍ਰੇਸ਼ਨ। ਨੰਬਰ 3 ਅਦਾਲਤੀ ਪ੍ਰਬੰਧ ਜਾਣੀ ਜੁਡੀਸ਼ੀਅਲ ਐਡਮਿਨਿਸਟ੍ਰੇਸ਼ਨ। ਹੁਣ ਇਸ 3 ਪ੍ਰਕਾਰ ਦੇ ਰਾਜ ਪ੍ਰਬੰਧ ਲਈ ਮਹਾਰਾਜੇ ਨੂੰ 3 ਪ੍ਰਕਾਰ ਦੇ ਆਦਮੀਆਂ ਦੀ ਲੋੜ ਸੀ। ਉਹ 3 ਪ੍ਰਕਾਰ ਦੇ ਆਦਮੀ ਕਿਹੜੇ ਸਨ? ਨੰਬਰ 1 ਮਾਨਵਰ ਅਤੇ ਚੰਗੇ ਮਾਲਦਾਰ ਆਦਮੀ, ਜਿਹੜੇ ਕਿ ਦੂਰ ਦਰਾਡੇ ਸੂਬਿਆਂ ਵਿੱਚ ਮਾਮਲਾਤ ਦੇ ਪ੍ਰਬੰਧ ਲਈ ਭੇਜੇ ਜਾਂਦੇ ਸਨ, ਜਿਹਾਂ ਕਿ ਗੁਲਾਬ ਸਿੰਘ, ਹਰੀ ਸਿੰਘ ਅਤੇ ਸੁਚੇਤ ਸਿੰਘ ਆਦਿ। ਦੂਜੀ ਕਿਸਮ ਦੇ ਆਦਮੀ ਸੀਗੇ ਮੌਰੀਸੀ, ਜਗੀਰਦਾਰ, ਰਜਵਾੜੇ, ਜਿਨ੍ਹਾਂ ਨੂੰ ਜਗੀਰਾਂ ਇਸ ਸ਼ਰਤ 'ਤੇ ਦਿੱਤੀਆਂ ਹੋਈਆਂ ਸਨ ਕਿ ਲੜਾਈ ਦੇ ਵੇਲੇ ਲੋੜਵੰਦ ਚੀਜ਼ਾਂ ਭੇਜ ਕੇ ਮਹਾਰਾਜੇ ਦੀ ਸਹਾਇਤਾ ਕਰਨ ਅਤੇ ਸਾਲ ਪਿੱਛੋਂ ਅਧੀਨਗੀ ਕਰ ਜਾਣੀ ਸਬੋਰਡੀਨੇਸ਼ਨ ਟੈਕਸ ਭਰਨ। ਇਹਨਾਂ ਵਿੱਚ ਦੀਵਾਨ ਸਾਬੜਮਲ ਮੁਲਤਾਨ ਦਾ ਹਾਕਮ, ਦੀਵਾਨ ਮੋਹਕਮ ਚੰਦ ਜਲੰਧਰ ਵਾਲਾ, ਰਾਜਾ ਸੰਸਾਰ ਚੰਦ ਕਾਂਗੜੇ ਵਾਲਾ, ਸੰਧਾ ਵਾਲੀਏ ਅਤੇ ਅਟਾਰੀ ਵਾਲੇ ਸਰਦਾਰ ਅਤੇ ਹੋਰ ਬਹੁਤ ਸਾਰੇ ਪ੍ਰਸਿੱਧ ਸਨ। ਤੀਸਰੀ ਕਿਸਮ ਦੇ ਆਦਮੀ ਸਨ ਕਾਰਦਾਰ ਜਾਂ ਕਰਿੰਦੇ, ਜਿਹੜੇ ਪਿੰਡਾਂ ਵਿੱਚ ਮਾਮਲੇ ਦੀ ਉਗਰਾਹੀ ਲਈ ਨਿਯਤ ਕੀਤੇ ਹੋਏ ਸਨ। ਇਹਨਾਂ ਦੇ ਇਖਤਿਆਰ ਸਰਕਾਰ ਦੇ ਹੱਥ ਵਿੱਚ ਸਨ। ਇਹਨਾਂ ਦੀ ਤਨਖਾਹ ਕੋਈ ਬੱਧੀ ਹੋਈ ਨਹੀਂ ਸੀ ਹੁੰਦੀ, ਕੰਮ ਦੇ ਅਨੁਸਾਰ ਮਿਲਦੀ ਸੀ ਅਤੇ ਕਈ ਵਾਰੀ ਇਹ ਵੱਡੀਆਂ ਵੀ ਲੈ ਲੈਂਦੇ ਸਨ। ਹੁਣ ਆਪਾਂ ਵੇਰਵੇ ਨਾਲ ਇਹਨਾਂ ਦੀ ਗੱਲ ਕਰਦੇ ਹਾਂ। ਪਹਿਲੇ ਨੰਬਰ 'ਤੇ ਮੁਲਕੀ ਪ੍ਰਬੰਧ ਜਾਣੀ ਪਬਲਿਕ ਐਡਮਿਨਿਸਟ੍ਰੇਸ਼ਨ। ਮੁਲਕੀ ਪ੍ਰਬੰਧ ਅਤੇ ਮਾਲਕਜਾਰੀ ਦਾ ਪ੍ਰਬੰਧ ਪਹਿਲ ਤਾਂ ਕੋਈ ਚੰਗਾ ਨਹੀਂ ਸੀ। ਕੇਵਲ ਇੱਕ ਆਦਮੀ ਰਾਮਾਨੰਦ, ਜਿਹੜਾ ਕਿ ਅੰਮ੍ਰਿਤਸਰ ਦਾ ਇੱਕ ਸ਼ਾਹੂਕਾਰ ਸੀ, ਮਾਮਲੇ ਦੇ ਹਿਸਾਬ ਕਿਤਾਬ ਲਈ ਰੱਖਿਆ ਹੋਇਆ ਸੀ ਅਤੇ ਜਾਂ ਫਿਰ ਮਹਾਰਾਜਾ ਸਾਹਿਬ ਆਪਣੀ ਯਾਦ ਦੇ ਬਲ ਨਾਲ ਹਿਸਾਬ ਕਿਤਾਬ ਜ਼ਬਾਨੀ ਕਰ ਲੈਂਦੇ ਸਨ। ਪਰ ਇਸ ਤਰ੍ਹਾਂ ਕਰਨ ਨਾਲ ਬਹੁਤ ਸਾਰੀਆਂ ਰਕਮਾਂ ਗਬਨ ਹੋਣ ਦਾ ਡਰ ਰਹਿੰਦਾ ਸੀ, ਕਿਉਂਕਿ ਇਤਨੇ ਵੱਡੇ ਸੂਬੇ ਦਾ ਹਿਸਾਬ ਜ਼ਬਾਨੀ ਕਿਸ ਤਰ੍ਹਾਂ ਰਹਿ ਸਕਦਾ ਹੈ। ਇਸ ਲਈ 1808 ਈਸਵੀ ਵਿੱਚ ਦੀਵਾਨ ਭਵਾਨੀ ਦਾਸ ਮਾਲੀ ਵਜ਼ੀਰ ਨਿਯਤ ਕੀਤਾ ਗਿਆ ਅਤੇ ਉਸਨੇ ਪੂਰੇ ਪ੍ਰਬੰਧ ਨਾਲ ਲਾਹੌਰ ਵਿੱਚ ਹੇਠ ਲਿਖੇ 12 ਦਫ਼ਤਰ ਜਾਣੀ 12 ਮਹਿਕਮੇ ਖੋਲ੍ਹੇ। ਨੰਬਰ 1 ਦਫ਼ਤਰ ਜਮ੍ਹਾਂ ਖਰਚੀ ਤਲਕਾਤ। ਨੰਬਰ 2 ਦਫ਼ਤਰ ਆਬਕਾਰੀ। ਨੰਬਰ 3 ਦਫ਼ਤਰ ਨਜ਼ਰਾਨਾ। ਨੰਬਰ 4 ਦਫ਼ਤਰ ਜ਼ਬਤੀ। ਨੰਬਰ 5 ਦਫ਼ਤਰ ਵਜੂਹਾਤ ਮੁਕਰਰੀ। ਨੰਬਰ 6 ਦਫ਼ਤਰ ਚੌਕੀਆਤ। ਨੰਬਰ 7 ਦਫ਼ਤਰ ਅਬਾਬੁਲ ਤਹਬੀਲ। ਨੰਬਰ 8 ਦਫ਼ਤਰ ਮੁਵਾਜ਼ਿਬ। ਨੰਬਰ 9 ਦਫ਼ਤਰ ਜਨਾਨਖਾਨਾ। ਨੰਬਰ 10 ਦਫ਼ਤਰ ਤੋਸ਼ਾਖਾਨਾ। ਨੰਬਰ 11 ਦਫ਼ਤਰ ਖਿਲਤ। ਨੰਬਰ 12 ਦਫ਼ਤਰ ਰੋਜ਼ਨਾਮਚਾ। ਹੁਣ ਇਕੱਲੇ ਦੀ ਆਪਾਂ ਬਰੀਫ ਜੀ ਵਿਆਖਿਆ ਕਰਦੇ ਹਾਂ।
ਦਫ਼ਤਰ ਜਮ੍ਹਾਂ ਖਰਚੀ ਤਲਕਾਤ। ਇਸ ਦਫ਼ਤਰ ਵਿੱਚ ਜ਼ਮੀਨ ਦੇ ਲਗਾਨ ਜਾਣੀ ਜ਼ਮੀਨ ਦੇ ਮਾਮਲੇ ਦਾ ਹਿਸਾਬ ਕਿਤਾਬ ਪੂਰੀ ਤਰ੍ਹਾਂ ਰੱਖਿਆ ਜਾਂਦਾ ਸੀ। ਜ਼ਮੀਨ ਦੇ ਮਾਮਲੇ ਲਈ ਪਹਿਲਾਂ ਤਾਂ ਬਟਾਈ ਦਾ ਰਿਵਾਜ ਸੀ, ਜਿਸ ਦੁਆਰਾ ਜ਼ਿਮੀਂਦਾਰ ਗੌਰਮੈਂਟ ਨੂੰ ਪੈਦਾਵਾਰ ਦਾ ਕੁਝ ਹਿੱਸਾ ਜਿਣਸ ਦੀ ਸ਼ਕਲ ਵਿੱਚ ਦੇ ਦਿੰਦਾ ਸੀ, ਪਰ ਇਸ ਤਰੀਕੇ ਨਾਲ ਸਰਕਾਰ ਨੂੰ ਦਾਣੇ ਸਾਂਭਣ ਅਤੇ ਵੇਚਣ ਵਿੱਚ ਤਕਲੀਫ ਹੁੰਦੀ ਸੀ। ਇਹ ਵੇਖ ਕੇ ਇਹ ਤਰੀਕਾ 1824 ਈਸਵੀ ਵਿੱਚ ਬੰਦ ਕੀਤਾ ਗਿਆ ਅਤੇ ਫਿਰ ਇੱਕ ਹੋਰ ਤਰੀਕਾ ਚੱਲਿਆ ਜਿਸ ਨੂੰ ਕੋਤਾ ਆਖਦੇ ਸਨ। ਇਸ ਨਾਲ ਖੜੀ ਫਸਲ ਦਾ ਹੀ ਮੁੱਲ ਪਾ ਕੇ ਜ਼ਿਮੀਂਦਾਰ ਸਰਕਾਰ ਦਾ ਹਿੱਸਾ ਰੁਪਏ ਦੀ ਸ਼ਕਲ ਵਿੱਚ ਦੇ ਦਿੰਦਾ ਸੀ। ਇਸ ਤਰ੍ਹਾਂ ਕਾਰਦਾਰਾਂ ਅਤੇ ਅਫਸਰਾਂ ਲਈ ਬਹੁਤ ਸੌਖਾ ਕੰਮ ਹੋ ਗਿਆ, ਕਿਉਂਕਿ ਉਹਨਾਂ ਨੂੰ ਇਸ ਖਿਆਲ ਨਾਲ ਕਿ ਜ਼ਿਮੀਂਦਾਰ ਵਿੱਚੋਂ ਨਾ ਖਾ ਜਾਏ ਜਾਂ ਚੁਰਾ ਨਾ ਲਵੇ, ਕੋਈ ਰਾਖੀ ਜਾਂ ਖਬਰਦਾਰੀ ਨਹੀਂ ਰੱਖਣੀ ਪੈਂਦੀ ਸੀ। ਪਰ ਜ਼ਿਮੀਂਦਾਰਾਂ ਨੂੰ ਇਸ ਵਿੱਚ ਕਸਾਰਾ ਸੀ ਕਿ ਕਿਉਂਕਿ ਪੱਕਣ ਤੋਂ ਪਹਿਲਾਂ ਖੜੀ ਖੇਤੀ ਦਾ ਮੁੱਲ ਠੀਕ ਨਹੀਂ ਪੈਂਦਾ ਸੀ ਅਤੇ ਵਿਚਾਰੇ ਜ਼ਿਮੀਂਦਾਰ ਕਈ ਵਾਰ ਆ ਕੇ ਕਾਰਦਾਰਾਂ ਨੂੰ ਵੱਢੀਆਂ ਵੀ ਦਿੰਦੇ ਸਨ ਕਿ ਥੋੜ੍ਹਾ ਮੁੱਲ ਪਾਇਓ। ਇਸ ਲਈ ਇਹ ਤਰੀਕਾ ਵੀ ਸਫਲ ਨਾ ਹੋਇਆ ਅਤੇ ਮਹਾਰਾਜਾ, ਜਿਹੜਾ ਕਿ ਪਰਜਾ ਦਾ ਵੱਡਾ ਸ਼ੁਭ ਚਿੰਤਕ ਸੀ, ਉਹਨੇ ਹੁਣ ਇੱਕ ਹੋਰ ਤਰੀਕਾ ਜਾਰੀ ਕੀਤਾ ਜਿਸ ਨਾਲ ਜ਼ਮੀਨ ਠੇਕੇ 'ਤੇ ਦਿੱਤੀ ਜਾਂਦੀ ਸੀ ਅਤੇ ਵੱਧ ਕੇ ਬੋਲੀ ਦੇਣ ਵਾਲਾ ਜ਼ਿਮੀਂਦਾਰ ਲੈ ਲੈਂਦਾ ਸੀ। ਇਸ ਠੇਕੇ ਦੀ ਮਿਆਦ 3 ਸਾਲ ਤੋਂ ਲੈ ਕੇ 6 ਸਾਲ ਤੱਕ ਹੁੰਦੀ ਸੀ। ਕਾਰਦਾਰ ਜਾਂ ਪਿੰਡ ਦੇ ਧਨਾੜ ਆਦਮੀ ਇਸ ਤਰ੍ਹਾਂ ਠੇਕਾ ਲੈ ਕੇ ਜ਼ਮੀਨ ਅੱਗੇ ਜ਼ਿਮੀਂਦਾਰਾਂ ਨੂੰ ਵਾਹੁਣ ਲਈ ਦੇ ਦਿੰਦੇ ਸਨ, ਪਰ ਅਖੀਰ ਨੂੰ ਜ਼ਿਮੀਂਦਾਰਾਂ ਨੂੰ ਹੀ ਸਿੱਧੀਆਂ ਜ਼ਮੀਨਾਂ ਮਿਲਣ ਲੱਗੀਆਂ। ਸਰਕਾਰੀ ਮਾਮਲਾ ਕਿੰਨਾ ਸੀ? ਸਰਕਾਰੀ ਮਾਮਲਾ ਕੋਈ ਖਾਸ ਵੱਧਾ ਹੋਇਆ ਨਹੀਂ ਸੀ। ਇਸ ਦੀ ਬਾਬਤ ਤਵਾਰੀਖ ਲਿਖਣ ਵਾਲਿਆਂ ਦੀਆਂ ਵੱਖੋ ਵੱਖ ਰਾਵਾਂ ਹਨ। ਕਈ ਤਾਂ ਲਿਖਦੇ ਹਨ ਕਿ ਸਰਕਾਰੀ ਹਿੱਸਾ ਅੱਧ ਸੀ, ਬਲਕਿ ਕਈ ਥਾਈਂ 100 ਚੋਂ 54 ਲਏ ਜਾਂਦੇ ਸਨ। ਡੋਈ ਲਿਖਦਾ ਹੈ ਕਿ ਗੰਨਾ, ਕਪਾਹ ਅਤੇ ਤੰਬਾਕੂ ਦੀ ਪੈਦਾਵਾਰ ਵਿੱਚੋਂ ਸਰਕਾਰ 1/3 ਤੋਂ ਲੈ ਕੇ 2/5 ਤਾਈਂ ਲੈਂਦੀ ਸੀ ਅਤੇ ਜਿੱਥੇ ਜ਼ਮੀਨ ਚੰਗੀ ਪੈਦਾਵਾਰ ਦੇਣ ਵਾਲੀ ਸੀ ਉੱਥੇ ਅੱਧ ਵੀ ਲੈ ਲੈਂਦੀ ਸੀ। ਮੁੱਕਦੀ ਗੱਲ ਇਹ ਕਿ ਕਿਤੇ ਅੱਧ, ਕਿਤੇ 1/3, ਕਿਤੇ 1/4 ਅਤੇ ਕਿਤੇ 6ਵਾਂ ਹਿੱਸਾ ਅਤੇ ਪੇਸ਼ਾਵਰ ਵਰਗਿਆਂ ਦੂਰ ਇਲਾਕਿਆਂ ਤੋਂ 1/8 ਹਿੱਸਾ ਵੀ ਉਗਰਾਹੀ ਹੋਈ ਹੈ। ਜਦੋਂ ਮਾਮਲਾ ਦਾਣਿਆਂ ਦੀ ਸ਼ਕਲ ਵਿੱਚ ਦਿੱਤਾ ਜਾਂਦਾ ਸੀ ਤਾਂ 100 ਮਗਰ 10 ਜਾਂ 15 ਮਣ ਹੋਰ ਵਾਧੂ ਲਿਆ ਜਾਂਦਾ ਸੀ ਕਿ ਦਾਣੇ ਖਰਾਬ ਨਾ ਹੋ ਜਾਣ ਜਾਂ ਵਿੱਚੋਂ ਮਿੱਟੀ ਘਟਾ ਨਾ ਨਿਕਲ ਜਾਏ। 1847 ਵਿੱਚ ਰਾਜਾ ਦੀਨਾਨਾਥ ਨੇ ਮਾਮਲੇ ਦੀ ਬਾਬਤ ਹੇਠ ਲਿਖਿਆ ਚਿੱਠਾ ਤਿਆਰ ਕੀਤਾ। ਦਾਸ ਨੂੰ ਇੱਕ ਰਸਾਲੇ ਵਿੱਚੋਂ ਇਹ ਪੜ੍ਹਨ ਦਾ ਮੌਕਾ ਮਿਲਿਆ ਸੀ। ਜ਼ਿਲ੍ਹਾ ਨੰਬਰ 8 ਵਿੱਚ ਕਾਰਦਾਰਾਂ ਨੂੰ ਠੇਕੇ 'ਤੇ ਦਿੱਤਾ ਗਿਆ ਰਕਮ ਜਿਹੜੀ ਸੀ ਉਹ 24,49,873 ਰੁਪਏ ਸੀ। 8 ਨੰਬਰ ਜ਼ਿਲ੍ਹੇ 'ਚ ਜ਼ਿਮੀਂਦਾਰਾਂ ਨੂੰ ਠੇਕੇ 'ਤੇ ਦਿੱਤੀ ਹੋਈ ਰਕਮ ਦੀ ਜਿਹੜੀ ਮਾਮਲੇ ਦੀ ਰਕਮ ਉਹ 18,23,556 ਰੁਪਏ। ਅਤੇ ਜ਼ਿਲ੍ਹਾ ਨੰਬਰ 43 ਦੇ ਵਿੱਚ ਖੜੀ ਫਸਲ ਦਾ ਅਟਾ ਸਟਾ ਲਾ ਕੇ ਉਗਰਾਇਆ ਹੋਇਆ ਰਕਮ ਜਿਹੜੀ ਸੀ ਮਾਮਲੇ ਦੀ ਉਹ 99,44,658 ਰੁਪਏ। ਇਹਨਾਂ ਰਕਮਾਂ ਤੋਂ ਪਤਾ ਲੱਗਦਾ ਕਿ ਮਾਮਲੇ ਦੀ ਆਮਦਨੀ ਰਣਜੀਤ ਸਿੰਘ ਦੇ ਖਜ਼ਾਨੇ ਵਿੱਚ ਕਾਫੀ ਸੀ। ਮਾਮਲੇ ਦੀ ਉਗਰਾਹੀ। ਮਾਮਲਾ ਸਾਲ ਵਿੱਚ 2 ਵਾਰੀ ਹਾੜ੍ਹੀ ਅਤੇ ਸਾਉਣੀ ਦੀ ਫਸਲ 'ਤੇ ਉਗਰਾਇਆ ਜਾਂਦਾ ਸੀ। ਸਭ ਤੋਂ ਉਤਲਾ ਅਫਸਰ ਕਾਰਦਾਰ ਹੁੰਦਾ ਸੀ ਅਤੇ ਇਸ ਦੇ ਮਤਹਿਤ ਪਟਵਾਰੀ, ਮੁਕੱਦਮ ਅਤੇ ਕਾਨੂੰਗੋ ਹੁੰਦੇ ਸਨ। ਮਾਮਲੇ ਦੀ ਉਗਰਾਹੀ ਵਿੱਚੋਂ 100 ਵਿੱਚੋਂ 5 ਕਾਟ ਵੀ ਮਿਲਦੀ ਸੀ, ਜਿਹੜੀ ਹਿੱਸੇਵਾਰ ਇਹ ਆਪੋ ਵਿੱਚ ਵੰਡ ਲੈਂਦੇ ਸਨ। ਉਗਰਾਹੀ ਦੇ ਸਾਰੇ ਕਾਗਜ਼ ਲਾਹੌਰ ਵੱਡੇ ਦਫ਼ਤਰ ਜਮ੍ਹਾਂ ਖਰਚੀ ਤਲਕਾਤ ਵਿੱਚ ਭੇਜਣੇ ਪੈਂਦੇ ਸਨ, ਜਿੱਥੇ ਉਹ ਕਈ ਸਾਲ ਤਾਈਂ ਰੱਖੇ ਜਾਂਦੇ ਸਨ। ਹੁਣ 2 ਨੰਬਰ 'ਤੇ ਦਫ਼ਤਰ ਆਬਕਾਰੀ। ਇਸ ਦਫ਼ਤਰ ਵਿੱਚ ਅਫੀਮ, ਭੰਗ, ਸ਼ਰਾਬ, ਹੋਰ ਨਸ਼ੇ ਵਾਲੀਆਂ ਚੀਜ਼ਾਂ ਦੀ ਆਮਦਨੀ ਦਾ ਹਿਸਾਬ ਹੁੰਦਾ ਸੀ। ਇਹਨਾਂ ਚੀਜ਼ਾਂ ਦਾ ਠੇਕਾ ਬਹੁਤ ਥੋੜ੍ਹਾ ਸੀ ਅਤੇ ਇਸ ਲਈ ਬੜੀਆਂ ਸਸਤੀਆਂ ਵਿਕਦੀਆਂ ਸਨ ਅਤੇ ਇਸ ਦਫ਼ਤਰ ਨੂੰ ਆਮਦਨੀ ਥੋੜ੍ਹੀ ਹੀ ਸੀ। 3 ਨੰਬਰ 'ਤੇ ਦਫ਼ਤਰ ਨਜ਼ਰਾਨਾ। ਨਜ਼ਰਾਨਾ ਉਹ ਟੈਕਸ ਸੀ ਜਿਹੜਾ ਛੋਟੇ ਰਜਵਾੜੇ ਮਹਾਰਾਜੇ ਦੇ ਖਜ਼ਾਨੇ ਵਿੱਚ ਭੇਜਦੇ ਸਨ। ਕਈ ਵਾਰੀ ਜਿਹੜੇ ਲੋਕ ਮਹਾਰਾਜੇ ਨੂੰ ਮਿਲਣ ਆਉਂਦੇ ਸਨ ਉਹ ਵੀ ਨਜ਼ਰਾਨਾ ਲੈ ਕੇ ਮਿਲਦੇ ਸਨ। ਇਹ ਨਜ਼ਰਾਨਾ ਨਕਦੀ, ਘੋੜੇ, ਸ਼ਾਲ, ਤਲਵਾਰ ਜਾਂ ਮੇਵਿਆਂ ਦੀ ਸ਼ਕਲ ਵਿੱਚ ਹੁੰਦਾ ਸੀ।
ਇਹਨਾਂ ਚੀਜ਼ਾਂ ਦਾ ਹਿਸਾਬ ਇਸ ਦਫ਼ਤਰ ਵਿੱਚ ਰੱਖਿਆ ਜਾਂਦਾ ਸੀ। ਬਹਾਵਲਪੁਰ ਦੇ ਰਾਜੇ ਤੋਂ 80,000 ਰੁਪਏ ਅਤੇ ਮੁਲਤਾਨ ਦੇ ਵਕੀਲ ਦੀ ਰਾਹੀਂ 80,000 ਰੁਪਏ ਅਤੇ ਕੁਝ ਘੋੜੇ ਨਜ਼ਰਾਨਾ ਭੇਟ ਹੋਏ ਸਨ। ਇੱਕ ਵਾਰ ਫਿਰ ਪਸ਼ਾਵਰ ਤੋਂ 25,000 ਰੁਪਏ ਅਤੇ 16 ਤੋਪਾਂ ਨਜ਼ਰਾਨੇ ਦੇ ਤੌਰ 'ਤੇ ਜਹਾਂਦਾਦ ਖਾਂ ਵੱਲੋਂ ਮਿਲੀਆਂ ਸਨ। ਇਸੇ ਸਾਲ ਦਮੋਦਰ ਕਾਬਲ ਦੇ ਵਕੀਲ ਨੇ 50,000 ਰੁਪਏ ਦੀ ਹੁੰਡੀ ਅਤੇ ਕੁਝ ਸੋਹਣੇ ਘੋੜੇ ਨਜ਼ਰ ਕੀਤੇ। ਕਸ਼ਮੀਰ ਅਤੇ ਹੋਰ ਪਹਾੜੀ ਇਲਾਕਿਆਂ ਤੋਂ ਕਈ ਵੇਰ ਸ਼ਾਲ ਦੁਸ਼ਾਲੇ ਵੀ ਆਏ। ਇਹ ਹੀ ਨਹੀਂ ਬਲਕਿ ਨਿੱਤ ਪ੍ਰਤੀ ਨਜ਼ਰਾਨੇ ਵਜੋਂ ਲੱਖਾਂ ਰਕਮਾਂ ਆਉਂਦੀਆਂ ਸਨ, ਜਿਨ੍ਹਾਂ ਦਾ ਹਿਸਾਬ ਰੱਖਣ ਲਈ ਇਹ ਦਫ਼ਤਰ ਦੀ ਡਾਢੀ ਲੋੜ ਸੀ। ਚੌਥਾ, ਦਫ਼ਤਰ ਜ਼ਬਤੀ। ਇਹ ਇਉਂ ਸੀ ਕਿ ਜਦੋਂ ਮਹਾਰਾਜਾ ਸਾਹਿਬ ਕਿਸੇ ਅਫਸਰ ਜਾਂ ਸਰਦਾਰ 'ਤੇ ਗੁੱਸੇ ਹੋ ਜਾਂਦੇ ਸਨ ਤਾਂ ਉਸ ਦੀ ਜਾਇਦਾਦ ਜ਼ਬਤ ਕਰ ਲੈਂਦੇ ਸਨ ਅਤੇ ਉਸ ਨੂੰ ਕੁਝ ਸਜ਼ਾ ਵੀ ਦਿੰਦੇ ਸਨ। ਦੂਜੇ, ਜਦੋਂ ਕੋਈ ਲਾਬਲਦ ਮਰ ਜਾਂਦਾ ਸੀ ਤਾਂ ਉਸ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਜਾਂਦੀ ਸੀ। ਇਹ ਇੱਕ ਭਾਰੀ ਆਮਦਨੀ ਸੀ ਅਤੇ ਇਸ ਦਾ ਹਿਸਾਬ ਇਸ ਦਫ਼ਤਰ ਵਿੱਚ ਰੱਖਿਆ ਜਾਂਦਾ ਸੀ। ਇਹ ਹੈਰਾਨੀ ਦੀ ਕੋਈ ਗੱਲ ਨਹੀਂ ਕਿ ਜ਼ਬਤੀ ਦੀ ਆਮਦਨੀ ਇੰਨੀ ਕਿੱਥੋਂ ਆਉਂਦੀ ਸੀ। ਇਸ ਲਈ ਅਲੱਗਾ ਦਫ਼ਤਰ ਰੱਖਣ ਦੀ ਲੋੜ ਸੀ। ਇਹੋ ਜਿਹੀਆਂ ਵਾਰਦਾਤਾਂ ਬਹੁਤ ਹੁੰਦੀਆਂ ਰਹਿੰਦੀਆਂ ਸਨ। ਭਿੰਬਰ ਦੇ ਰਈਸ ਸੁਲਤਾਨ ਖਾਨ ਦਾ ਸਾਰਾ ਇਲਾਕਾ 1868 ਬਿਕਰਮੀ ਵਿੱਚ ਜ਼ਬਤ ਕਰ ਲਿਆ ਗਿਆ। ਨੂਰਪੁਰ ਦਾ ਇਲਾਕਾ 50,000 ਰੁਪਏ ਬਦਲੇ ਜ਼ਬਤ ਕਰ ਲਿਆ ਗਿਆ ਸੀ। ਹਰੀ ਸਿੰਘ ਨਲੂਏ ਦੀ ਸਭ ਜਾਇਦਾਦ ਜ਼ਬਤ ਕਰ ਲਈ ਗਈ ਸੀ। ਸਦਾ ਕੌਰ ਦਾ ਬਹੁਤ ਸਾਰਾ ਹਿੱਸਾ ਜ਼ਬਤ ਕਰ ਲਿਆ ਗਿਆ ਸੀ। ਮੁਲਤਾਨ ਦੀ ਜਿੱਤ ਮਗਰੋਂ ਉੱਥੋਂ ਬਹੁਤ ਮਾਲ ਅਸਬਾਬ ਜ਼ਬਤ ਕੀਤਾ ਗਿਆ ਸੀ। ਇਸ ਗੱਲ ਵਿੱਚ ਕਿਸੇ ਦੀ ਰੋ ਰਿਆਇਤ ਜ਼ਰਾ ਭਰ ਵੀ ਨਹੀਂ ਹੁੰਦੀ ਸੀ। ਇੱਥੋਂ ਤੱਕ ਕਿ ਮਹਾਰਾਜੇ ਨੇ ਆਪਣੇ ਸਕੇ ਪੁੱਤਰ ਖੜਕ ਸਿੰਘ 'ਤੇ ਵੀ ਇੱਕ ਵੇਰਾ ਗੁੱਸੇ ਹੋ ਕੇ ਉਸ ਦੀ ਮਾਂ, ਜਿਹੜੀ ਉਦੋਂ ਮਰ ਚੁੱਕੀ ਸੀ, ਦੇ 50 ਲੱਖ ਰੁਪਏ ਦੇ ਗਹਿਣੇ ਖੋਹ ਕੇ ਇਸੇ ਫੰਡ ਵਿੱਚ ਜਮ੍ਹਾਂ ਕਰ ਦਿੱਤੇ ਸਨ। ਇਹ ਜ਼ੁਲਮ ਨਹੀਂ ਸਮਝਣਾ ਚਾਹੀਦਾ। ਮਹਾਰਾਜੇ ਦੇ ਦਿਲ ਵਿੱਚ ਪਰਜਾ ਦਾ ਭਲਾ ਸਭ ਤੋਂ ਪਹਿਲਾ ਭਾਵ ਸੀ। ਜਦੋਂ ਕਿਤੇ ਕਾਲ ਪੈ ਜਾਂਦਾ ਸੀ ਜਾਂ ਤੰਗੀ ਹੁੰਦੀ ਸੀ ਤਾਂ ਇਸੇ ਫੰਡ ਵਿੱਚੋਂ ਲੋਕਾਂ ਦੀ ਬਹੁਤ ਸਾਰੀ ਸਹਾਇਤਾ ਕੀਤੀ ਜਾਂਦੀ ਸੀ। ਇਹ ਇੱਕ ਹੱਥ ਲੈਣਾ ਅਤੇ ਦੂਜੇ ਹੱਥ ਦੇਣਾ ਸੀ। ਅਖੀਰ ਸਾਲਾਂ ਵਿੱਚ ਕਾਲ ਪੈਣ ਕਰਕੇ ਕਰੋੜਾਂ ਰੁਪਏ ਇਸੇ ਫੰਡ ਵਿੱਚੋਂ ਗਰੀਬਾਂ ਦੀ ਸਹਾਇਤਾ 'ਤੇ ਖਰਚ ਕੀਤੇ ਗਏ ਸਨ। ਪੰਜਵਾਂ, ਦਫ਼ਤਰ ਵਜੂਹਾਤ ਮੁਕਰਰੀ। ਇਸ ਦਫ਼ਤਰ ਵਿੱਚ ਇਹ ਆਮਦਨੀਆਂ ਦਾ ਹਿਸਾਬ ਰੱਖਿਆ ਜਾਂਦਾ ਸੀ, ਜਿਵੇਂ ਮੁਕੱਦਮਿਆਂ ਦੀ ਆਮਦਨੀ, ਸ਼ਾਹੀ ਟਿਕਟਾਂ ਜਿਹੜੀਆਂ ਅਰਜ਼ੀਆਂ 'ਤੇ ਲੱਗਦੀਆਂ ਸਨ ਉਹਨਾਂ ਦੇ ਵੇਚਣ ਦੀ ਆਮਦਨੀ, ਕਿਸੇ ਮੁਲਕ ਜਾਂ ਅਫਸਰ ਤੋਂ ਜੁਰਮਾਨਾ ਵਸੂਲ ਕਰਨ ਦੀ ਆਮਦਨੀ। ਇਹ ਜਿਹੜੀ ਆਮਦਨੀ ਸੀਗੀ ਇਹਦਾ ਦਫ਼ਤਰ ਹਿਸਾਬ ਕਿਤਾਬ ਰੱਖਦਾ ਸੀ। ਦਫ਼ਤਰ ਚੌਕੀਆਤ। ਇਸ ਦਫ਼ਤਰ ਵਿੱਚ ਸਭ ਪ੍ਰਕਾਰ ਦੇ ਮਸੂਲਾਂ ਦਾ ਹਿਸਾਬ ਸੀ। ਮਸੂਲ ਬੇਅੰਤ ਕਿਸਮ ਦੇ ਸਨ ਅਤੇ ਕਈ ਪ੍ਰਕਾਰ ਦੇ ਸਨ। ਇੱਥੋਂ ਤੱਕ ਕਿ ਰੋਜ਼ ਦੀਆਂ ਵਰਤੋਂ ਵਾਲੀਆਂ ਚੀਜ਼ਾਂ 'ਤੇ ਵੀ ਮਸੂਲ ਲੱਗਦੇ ਸਨ ਅਤੇ ਇੱਕ ਚੀਜ਼ 'ਤੇ ਕਈ ਵਾਰ ਮਸੂਲ ਦੇਣਾ ਪੈਂਦਾ ਸੀ। ਬਹੁਤ ਸਾਰੇ ਇਤਿਹਾਸਕਰਤਾ ਲਿਖਦੇ ਹਨ ਕਿ ਮਸੂਲ ਪਰਜਾ ਲਈ ਅਤੀ ਦੁਖਦਾਇਕ ਸੀ ਅਤੇ ਇੱਕ ਚੀਜ਼ ਲੈ ਕੇ ਜਿਤਨੇ ਪਿੰਡਾਂ ਵਿੱਚੋਂ ਦੀ ਕੋਈ ਲੰਘਦਾ ਸੀ ਓਨੇ ਪਿੰਡੀ ਮਸੂਲ ਦੇਣਾ ਪੈਂਦਾ ਸੀ। ਇਸ ਲਈ ਕਈ ਵਪਾਰੀ ਇੱਕ ਚੀਜ਼ ਨੂੰ ਦੂਜੇ ਥਾਂ ਲਿਜਾਣ ਲਈ ਕਈ ਵਾਰ ਸਾਰੇ ਰਾਹ ਦਾ ਠੇਕਾ ਹੀ ਕਰ ਲੈਂਦੇ ਸਨ। ਲੂਣ 'ਤੇ ਕੋਈ ਟੈਕਸ ਨਹੀਂ ਸੀ। ਲੂਣ ਦੀਆਂ ਖਾਣਾਂ ਠੇਕੇ 'ਤੇ ਦਿੱਤੀਆਂ ਜਾਂਦੀਆਂ ਸਨ ਅਤੇ ਜੋ ਵਪਾਰੀ ਉੱਥੋਂ ਲੂਣ ਲਿਆਉਂਦੇ ਸਨ ਉਹ ਚਾਹੇ ਸੂਬੇ ਦੇ ਅੰਦਰ ਜਾਂ ਬਾਹਰ ਕਿਤੇ ਜਾਣ, ਕੋਈ ਮਸੂਲ ਨਹੀਂ ਸੀ। ਇਸ ਦਫ਼ਤਰ ਦੀ ਆਮਦਨੀ ਉਧਾਰ ਵਿੱਚ ਰਹਿੰਦੀ ਸੀ, ਕਿਉਂਕਿ ਵਪਾਰੀ ਕੋਈ ਸ਼ਖਸੀਅਤ ਜ਼ਮਾਨਤ ਦੇ ਕੇ ਜਾਂ ਇਕਰਾਰਨਾਮਾ ਪਟਾ ਲਿਖ ਕੇ ਲੂਣ ਲੈ ਆਉਂਦੇ ਸਨ ਅਤੇ ਵੇਚਣ ਤੋਂ ਮਗਰੋਂ ਠੇਕੇਦਾਰ ਨੂੰ ਪੈਸੇ ਦੇਵਾਂਗੇ। ਜਿੰਨਾ ਲੇਟ ਵਪਾਰੀ ਠੇਕੇਦਾਰ ਨੂੰ ਪੈਸਾ ਦਿੰਦੇ ਸੀ ਉਨੀ ਦੇਰ ਨਾਲ ਠੇਕੇਦਾਰ ਸਰਕਾਰ ਨੂੰ ਪੈਸੇ ਦਿੰਦੇ ਸਨ। ਇਸ ਲਈ ਆਮਦਨੀ ਬਹੁਤ ਚਿਰ ਬਕਾਏ ਵਿੱਚ ਹੀ ਰਹਿੰਦੀ ਸੀ। ਇਹਨਾਂ ਮਸੂਲਾਂ ਅਤੇ ਟੈਕਸਾਂ ਦੇ ਹੋਣ 'ਤੇ ਵੀ ਲੋਕ ਖੁਸ਼ਹਾਲੀ ਵਿੱਚ ਸਨ ਅਤੇ ਵਪਾਰੀਆਂ ਦਾ ਵਪਾਰ ਦਿਨੋਂ ਦਿਨ ਵੱਧਦਾ ਸੀ। ਇਸ ਦੀ ਮਿਸਾਲ ਅੰਮ੍ਰਿਤਸਰ ਸ਼ਹਿਰ ਦੀ ਤਰੱਕੀ ਦੇਖੋ। ਕਾਰਨ ਇਸ ਦਾ ਇਹ ਕਿ ਸਭ ਪ੍ਰਕਾਰ ਦੇ ਲੋਕਾਂ ਨੂੰ ਕਮਾਈ ਬਹੁਤ ਸੀ। ਜੱਟਾਂ ਦੇ ਲਗਭਗ ਸਭ ਘਰਾਣਿਆਂ ਦੇ ਆਦਮੀ ਫੌਜ ਵਿੱਚ ਨੌਕਰ ਸਨ, ਜਿਸ ਤੋਂ ਉਹਨਾਂ ਨੂੰ ਕਾਫੀ ਤਨਖਾਹ ਮਿਲਦੀ ਸੀ। ਮਹਾਰਾਜ ਦੀ ਫੌਜ ਦੀ ਗਿਣਤੀ ਬਹੁਤ ਹੋਣ ਕਰਕੇ ਕੱਪੜੇ, ਚਮੜੇ ਦੀਆਂ ਚੀਜ਼ਾਂ, ਕਾਠੀਆਂ, ਲਗਾਮਾਂ ਆਦਿ, ਚਾਰਾ, ਲੱਕੜੀਆਂ ਅਤੇ ਹੋਰ
ਸਭ ਚੀਜ਼ਾਂ ਦੀ ਬਹੁਤ ਲੋੜ ਰਹਿੰਦੀ ਸੀ। ਇਹ ਸਭ ਚੀਜ਼ਾਂ ਲੋਕਾਂ ਤੋਂ ਹੀ ਖਰੀਦੀਆਂ ਜਾਂਦੀਆਂ ਸਨ, ਜਿਸ ਕਰਕੇ ਛੋਟੀਆਂ ਜਾਤਾਂ ਦੇ ਲੋਕ ਜਲਾਹੇ, ਮੋਚੀ, ਤੇਲੀ, ਤਰਖਾਣ, ਲੁਹਾਰ ਆਦਿ ਚੰਗੇ ਮਾਲਦਾਰ ਬਣ ਬੈਠੇ ਸਨ ਅਤੇ ਇਹਨਾਂ ਮਸੂਲਾਂ ਦੀ ਕੋਈ ਔਖਿਆਈ ਨਹੀਂ ਜਾਣਦੇ ਸਨ। 7ਵਾਂ ਦਫ਼ਤਰ ਅਬਵਾਬੁਲ ਤਹਵੀਲ। ਇਸ ਦਫ਼ਤਰ ਵਿੱਚ ਕੰਮ ਕਰਨ ਵਾਲੇ ਪੁਰਸ਼ਾਂ ਨੂੰ ਤਹਵੀਲਦਾਰ ਆਖਦੇ ਸਨ। ਇਹਨਾਂ ਪਾਸ ਬਾਹਰਲੇ ਅਫਸਰਾਂ ਦਾ ਘੱਲਿਆ ਹੋਇਆ ਰੁਪਇਆ ਜਮ੍ਹਾਂ ਰਹਿੰਦਾ ਸੀ ਅਤੇ ਉਸਦੇ ਖਰਚ ਆਮਦਨੀ ਦੇ ਪੂਰੇ ਜ਼ਿੰਮੇਵਾਰ ਸਨ। ਇਹ ਦਫ਼ਤਰ ਅੱਜ ਕੱਲ੍ਹ ਦੇ ਖਜ਼ਾਨਾ ਦਫ਼ਤਰ ਦੀ ਤਰ੍ਹਾਂ ਸੀ। ਦਫ਼ਤਰ 8ਵਾਂ ਨੰਬਰ ਦਫ਼ਤਰ ਮੁਬਾਸਿਬ। ਇਸ ਦਫ਼ਤਰ ਵਿੱਚ ਫੌਜੀ, ਮੁਲਕੀ, ਮੁਨਸ਼ੀਆਂ ਅਤੇ ਹੋਰ ਵੱਡੇ ਅਫਸਰਾਂ ਦੀਆਂ ਤਨਖਾਹਾਂ ਦਾ ਹਿਸਾਬ ਰੱਖਿਆ ਜਾਂਦਾ ਸੀ। ਸਭ ਮਹਿਕਮਿਆਂ ਵਿੱਚ ਵੱਡੇ ਤੋਂ ਵੱਡੇ ਅਫਸਰ ਦੀ ਤਨਖਾਹ 25,000 ਰੁਪਏ ਤੋਂ ਵੱਧ ਨਹੀਂ ਸੀ ਅਤੇ ਛੋਟੇ ਤੋਂ ਛੋਟੇ ਨੌਕਰ ਦੀ ਤਨਖਾਹ 3.5 ਰੁਪਏ ਤੋਂ ਘੱਟ ਨਹੀਂ ਸੀ। ਜਨਰਲ ਵੈਂਤੂਰਾ ਦੀ ਮਾਸਿਕ ਆਮਦਨ 25,000 ਰੁਪਏ ਸੀ ਅਤੇ ਮਹਿਕਮਿਆਂ ਵਿੱਚ ਚੂੜੇ, ਮਾਛੀ ਆਦਿ ਦੀ ਤਨਖਾਹ 3.5 ਰੁਪਏ ਤੋਂ ਘੱਟ ਨਹੀਂ ਸੀ। ਕਾਜ਼ੀਆਂ ਅਤੇ ਗ੍ਰੰਥੀਆਂ ਦੀ ਕੋਈ ਵੱਧੀ ਤਨਖਾਹ ਨਹੀਂ ਸੀ। ਉਹ ਗੁਰਦੁਆਰਿਆਂ ਜਾਂ ਧਰਮਸ਼ਾਲਾ ਅਤੇ ਮਸੀਤਾਂ ਦੇ ਚੜ੍ਹਾਵੇ 'ਤੇ ਹੀ ਰਹਿੰਦੇ ਸਨ। ਇਹ ਚੜ੍ਹਾਵੇ ਬੇਅੰਤ ਹੁੰਦੇ ਸਨ ਅਤੇ ਕਈ ਧਰਮ ਸਥਾਨਾਂ ਨਾਲ ਸਰਕਾਰ ਵੱਲੋਂ ਜਗੀਰਾਂ ਵੀ ਲੱਗੀਆਂ ਹੋਈਆਂ ਸਨ। ਜਿਹੜੇ ਗ੍ਰੰਥੀ ਸਰਕਾਰੀ ਅਤੇ ਪਲਟਨਾਂ ਨਾਲ ਜਾਂ ਖਾਸ ਮਹਾਰਾਜਾ ਨਾਲ ਰਹਿੰਦੇ ਸਨ, ਉਹਨਾਂ ਦੀ ਤਨਖਾਹ ਦਾ ਵੇਰਵਾ ਵੀ ਕਿਤੇ ਨਹੀਂ ਲਿਖਿਆ ਮਿਲਦਾ। ਉਹਨਾਂ ਨੂੰ ਚੜ੍ਹਾਵਾ ਬੇਅੰਤ ਹੋ ਜਾਂਦਾ ਸੀ, ਜਿਹੜਾ ਬਗੈਰ ਕਿਸੇ ਦੀ ਰੁਕਾਵਟ ਤੋਂ ਉਹਨਾਂ ਦਾ ਹੀ ਮਾਲ ਹੁੰਦਾ ਸੀ। 9ਵਾਂ ਦਫ਼ਤਰ ਜਨਾਨਖਾਨਾ। ਇਸ ਦਫ਼ਤਰ ਵਿੱਚ ਜਨਾਨਖਾਨੇ ਮਹਿਲਾਂ ਦੇ ਖਰਚ ਦਾ ਹਿਸਾਬ ਹੁੰਦਾ ਸੀ, ਜੋ ਕੁਝ ਮਹਾਰਾਜੇ ਦੇ ਘਰਾਣੇ ਵਿੱਚ ਵਿਆਹ, ਸ਼ਾਦੀ, ਮਰਨੇ ਆਦਿ ਦੇ ਮੌਕੇ 'ਤੇ ਕੱਪੜੇ, ਗਹਿਣੇ ਆਦਿ ਆਉਂਦੇ ਸਨ ਅਤੇ ਖਰਚ ਹੁੰਦੇ ਸਨ। ਉਸ ਦਾ ਹਿਸਾਬ ਪੂਰਾ ਇਸ ਦਫ਼ਤਰ ਵਿੱਚ ਰੱਖਿਆ ਜਾਂਦਾ ਸੀ। ਇਹ ਗੱਲ ਪੜ੍ਹ ਕੇ ਹੈਰਾਨ ਨਾ ਹੋਣਾ ਕਿ ਇਸ ਲਈ ਦਫ਼ਤਰ ਦੀ ਕੀ ਲੋੜ ਸੀ, ਪਰ ਇਹ ਗੱਲ ਚੇਤੇ ਰੱਖਣ ਯੋਗ ਹੈ ਕਿ ਜਨਾਨੇ ਮਹਿਲਾਂ ਦਾ ਖਰਚ ਬੇਅੰਤ ਸੀ ਅਤੇ ਆਮਦਨੀ ਵੀ ਬਹੁਤ ਸੀ। ਮਹਾਰਾਜਾ ਖੜਕ ਸਿੰਘ ਦੇ ਵਿਆਹ ਉੱਤੇ ਹੀ ਇੰਨਾ ਖਰਚ ਹੋਇਆ ਅਤੇ ਇੰਨੀ ਆਮਦਨੀ ਨਿਉਂਦਿਆਂ ਅਤੇ ਤੋਹਫਿਆਂ ਵਜੋਂ ਆਈ ਕਿ ਇਸੇ ਦਾ ਹਿਸਾਬ ਹੀ ਇੱਕ ਦਫ਼ਤਰ ਵਿੱਚ ਰੱਖਣ ਜੋਗਾ ਸੀ। ਨਿਉਂਦੇ ਦੀ ਰਕਮ ਦਾ ਜੋੜ ਵੱਖੋ ਵੱਖ ਅਫਸਰਾਂ ਅਤੇ ਰਿਸ਼ਤੇਦਾਰਾਂ ਵੱਲੋਂ 2,13,004 ਰੁਪਏ ਸੀ। 10ਵਾਂ ਦਫ਼ਤਰ ਤੋਸ਼ਾਖਾਨਾ। ਇਸ ਦਫ਼ਤਰ ਵਿੱਚ ਮਹਾਰਾਜੇ ਦੇ ਮਹਿਕਮਿਆਂ ਦੀਆਂ ਕੁੱਲ ਚੀਜ਼ਾਂ ਦੀ ਗਿਣਤੀ ਦਾ ਹਿਸਾਬ ਰੱਖਿਆ ਜਾਂਦਾ ਸੀ। ਕੁੱਲ ਚਿੱਠਾ ਇੱਥੇ ਰੱਖਿਆ ਹੁੰਦਾ ਸੀ ਕਿ ਫਲਾਣੀ ਫੌਜ ਵਿੱਚ ਇਤਨੇ ਘੋੜੇ, ਇਤਨੇ ਹਾਥੀ, ਇੰਨੀਆਂ ਗੱਡੀਆਂ, ਇੰਨੀਆਂ ਕਾਠੀਆਂ, ਇੰਨੇ ਤੰਬੂ, ਇੰਨੀਆਂ ਚਾਨਣੀਆਂ, ਇੰਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ, ਇੰਨੇ ਧੌਂਸੇ, ਇੰਨੇ ਨਗਾਰੇ ਆਦਿ ਹਨ। ਇਹ ਸਭ ਕੁਛ ਦਾ ਹਿਸਾਬ ਸੀ। ਇਸ ਤਰ੍ਹਾਂ ਦੂਜੇ ਮਹਿਕਮਿਆਂ ਦੀਆਂ ਕੁੱਲ ਚੀਜ਼ਾਂ ਹੋਰ ਜਿਹੜੀਆਂ ਹੁੰਦੀਆਂ ਸੀ, ਦਰੀਆਂ, ਕੁਰਸੀਆਂ ਜਾਂ ਹੋਰ ਸਮਾਨ ਸੀ, ਉਹਦਾ ਵੀ ਇਹਦੇ ਵਿੱਚ ਹਿਸਾਬ ਰੱਖਿਆ ਜਾਂਦਾ ਸੀ। ਇਹ ਜਿਵੇਂ ਅੱਜ ਕੱਲ੍ਹ ਦੇ ਪ੍ਰੋਪਰਟੀ ਰਿਕਾਰਡ ਵਾਂਗੂ ਸਮਝੋ। 11ਵਾਂ ਦਫ਼ਤਰ ਖਿਲਤ। ਇਸ ਦਫ਼ਤਰ ਵਿੱਚ ਜਿਹੜੇ ਸਰੋਪਾ ਜਾਂ ਇਨਾਮ ਅਫਸਰਾਂ ਨੂੰ ਦਿੱਤੇ ਜਾਂਦੇ ਸਨ, ਉਹਨਾਂ ਦਾ ਹਿਸਾਬ ਰੱਖਿਆ ਜਾਂਦਾ ਸੀ। 12ਵਾਂ ਹੈ ਦਫ਼ਤਰ ਰੋਜ਼ਨਾਮਚਾ। ਇਸ ਦਫ਼ਤਰ ਵਿੱਚ ਵੱਖੋ ਵੱਖ ਮਹਿਕਮਿਆਂ ਦਾ ਰੋਜ਼ ਦੀ ਆਮਦਨੀ ਅਤੇ ਖਰਚ ਉਹਦਾ ਹਿਸਾਬ ਰੱਖਿਆ ਜਾਂਦਾ ਸੀ। ਇਹ ਵਰਤਮਾਨ ਸਮੇਂ ਦੇ ਅਕਾਊਂਟੈਂਟ ਜਨਰਲ ਦੇ ਦਫ਼ਤਰ ਵਾਂਗੂ ਸੀ। ਇਹਨਾਂ ਸਭ ਦਫ਼ਤਰਾਂ ਦੇ ਪ੍ਰਬੰਧ ਲਈ ਮਾਨਵਰ ਦਰਬਾਰੀ ਨਿਯਤ ਕੀਤੇ ਹੋਏ ਸਨ ਅਤੇ ਉਹ ਹਰ ਰੋਜ਼ ਮਹਾਰਾਜੇ ਨੂੰ ਮਿਲਦੇ ਸਨ ਅਤੇ ਮਹਾਰਾਜਾ ਉਹਨਾਂ ਨੂੰ ਰੋਜ਼ ਜਿਵੇਂ ਹਦਾਇਤਾਂ ਕਰਦਾ ਸੀ, ਉਹਨਾਂ ਨੂੰ ਉਸੇ ਤਰ੍ਹਾਂ ਕੰਮ ਚਲਾਉਣਾ ਪੈਂਦਾ ਸੀ। ਖਜ਼ਾਨੇ ਅਤੇ ਤੋਸ਼ਾਖਾਨੇ ਵਾਲੇ ਦੋਵੇਂ ਦਫ਼ਤਰ ਮਿਸਰ ਬੇਲੀ ਰਾਮ ਦੇ ਸਪੁਰਦ ਸਨ। ਖੁਸ਼ਹਾਲ ਸਿੰਘ ਦੇ ਸਪੁਰਦ ਦਫ਼ਤਰ ਜਨਾਨਖਾਨਾ ਸੀ। ਬਾਕੀ ਦੇ 9 ਦਫ਼ਤਰ 3-3 ਕਰਕੇ ਭਾਈ ਰਾਮ ਸਿੰਘ, ਗੋਬਿੰਦ ਰਾਮ ਅਤੇ ਫਕੀਰ ਅਜੀਜ਼ੁਦੀਨ ਦੇ ਸਪੁਰਦ ਸਨ। ਸਭ ਦਫ਼ਤਰਾਂ ਦੇ ਉੱਤੇ ਪੜਤਾਲ ਲਈ ਇੱਕ ਵੱਡਾ ਅਫਸਰ ਦੀਵਾਨ ਦੀਨਾਨਾਥ ਸੀ। ਹੁਣ ਆਪਾਂ ਕਰਦੇ ਹਾਂ 2 ਨੰਬਰ 'ਤੇ ਮੁਕਾਮੀ ਪ੍ਰਬੰਧ ਦੀ ਗੱਲ, ਲੋਕਲ ਐਡਮਿਨਿਸਟ੍ਰੇਸ਼ਨ ਦੀ ਗੱਲ। ਮੁਕਾਮੀ ਪ੍ਰਬੰਧ ਲਈ ਪੰਜਾਬ ਨੂੰ 4 ਸੂਬਿਆਂ ਵਿੱਚ ਵੰਡਿਆ ਹੋਇਆ ਸੀ। ਸੂਬਾ ਲਾਹੌਰ, ਸੂਬਾ ਕਸ਼ਮੀਰ, ਸੂਬਾ ਪਿਸ਼ਾਵਰ, ਸੂਬਾ ਮਲਤਾਨ। ਹਰ ਇੱਕ ਸੂਬੇ ਵਿੱਚ ਕਈ ਪਰਗਣੇ ਜਾਂ ਜ਼ਿਲ੍ਹੇ ਸਨ। ਹਰ ਇੱਕ ਪਰਗਣੇ ਵਿੱਚ ਕਈ
ਤਲਕੇ ਜਾਣੀ ਤਹਿਸੀਲਾਂ ਸਨ ਅਤੇ ਹਰ ਇੱਕ ਤਲਕੇ ਵਿੱਚ 50 ਤੋਂ 100 ਤੱਕ ਪਿੰਡ ਸਨ। ਹਰ ਇੱਕ ਸੂਬੇ ਵਿੱਚ ਇੱਕ ਨਾਜ਼ਮ ਜਾਂ ਗਵਰਨਰ ਸੀ। ਇਸ ਦੇ ਮਤਹਿਤ ਪਰਗਣੇ ਵਿੱਚ ਇੱਕ ਕਾਰਦਾਰ ਸੀ। ਜਿਹੜੇ ਜ਼ਿਲ੍ਹੇ ਵੱਡੇ ਸਨ ਉੱਥੇ 2 ਕਾਰਦਾਰ ਵੀ ਹੁੰਦੇ ਸਨ। ਇਹ ਕਾਰਦਾਰ ਸਭ ਮਾਮਲੇ, ਅਦਾਲਤ, ਵਸੂਲੀ ਅਤੇ ਖਬਰਦਾਰੀ ਦਾ ਕੰਮ ਕਰਦੇ ਸਨ ਅਤੇ ਲੋਕਾਂ ਨਾਲ ਸਭ ਵਿਹਾਰ ਚਲਾਉਂਦੇ ਸਨ। ਪੁਲਿਸ ਸ਼ਹਿਰਾਂ ਵਿੱਚ ਕੋਈ ਨਹੀਂ ਸੀ। ਜ਼ਿਲ੍ਹੇ ਵਿੱਚ ਇੱਕ ਫੌਜੀ ਪੁਲਿਸ ਦਾ ਦਸਤਾ ਹੁੰਦਾ ਸੀ ਜੋ ਗਸ਼ਤ ਕਰਕੇ ਸਭ ਪ੍ਰਕਾਰ ਦੇ ਚੋਰੀ ਡਾਕਿਆਂ ਤੋਂ ਪ੍ਰਜਾ ਦਾ ਬਚਾਓ ਰੱਖਦਾ ਸੀ। ਵੱਡੇ ਸ਼ਹਿਰਾਂ ਵਿੱਚ ਕਿਤੇ ਕਿਤੇ ਇੱਕ ਕੋਤਵਾਲ ਕਾਰਦਾਰ ਦੇ ਨਾਲ ਹੁੰਦਾ ਸੀ ਜੋ ਪੁਲਿਸ ਵਾਂਗ ਕੰਮ ਕਰਦਾ ਸੀ। ਕਨਿੰਘਮ ਲਿਖਦਾ ਹੈ ਕਿ ਸਭ ਪ੍ਰਬੰਧ ਅਤੀ ਸ਼ਲਾਘਾਯੋਗ ਸੀ ਅਤੇ ਜੇਕਰ ਕਸ਼ਮੀਰ ਅਤੇ ਪੇਸ਼ਾਵਰ ਵਿੱਚ ਕੁਝ ਫਸਾਦ ਜਾਂ ਬੁਰਾ ਪ੍ਰਬੰਧ ਸੀ ਤਾਂ ਰਣਜੀਤ ਸਿੰਘ ਦੀ ਇਸ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਸੀ, ਕਿਉਂਕਿ ਇਹ ਸੂਬੇ ਅਫਗਾਨਾਂ ਦੇ ਰਾਜ ਨਾਲ ਬਿਲਕੁਲ ਉੱਜੜ ਚੁੱਕੇ ਸਨ ਅਤੇ ਮਹਾਰਾਜਾ ਨੇ ਸਗੋਂ ਹਰੀ ਸਿੰਘ ਨਲਵੇ ਦੀ ਸਹਾਇਤਾ ਨਾਲ ਇਹਨਾਂ ਦਾ ਪ੍ਰਬੰਧ ਬਹੁਤ ਠੀਕ ਕਰ ਦਿੱਤਾ ਸੀ। ਹੁਣ ਆਪਾਂ ਗੱਲ ਕਰਦੇ ਹਾਂ ਤੀਸਰੇ ਜਿਹੜਾ ਅਦਾਲਤੀ ਪ੍ਰਬੰਧ ਦੀ, ਜੁਡੀਸ਼ੀਅਲ ਐਡਮਿਨਿਸਟ੍ਰੇਸ਼ਨ ਦੀ। ਨਿਆਂ ਕਰਾਉਣ ਲਈ ਥੋੜ੍ਹੀਆਂ ਬਹੁਤ ਅਦਾਲਤਾਂ ਤਾਂ ਸਨ, ਪਰ ਲਿਖਤੀ ਕੋਈ ਕਾਨੂੰਨ ਨਹੀਂ ਸੀ ਅਤੇ ਦੀਵਾਨੀ ਜਾਂ ਫੌਜਦਾਰੀ ਦਾ ਕੋਈ ਭੇਦ ਨਹੀਂ ਸੀ। ਸਭ ਮੁਕੱਦਮੇ ਇੱਕੋ ਜਿਹੇ ਹੀ ਸਮਝੇ ਜਾਂਦੇ ਸਨ। ਪਿੰਡਾਂ ਵਿੱਚ ਸਭ ਫੈਸਲੇ ਪੰਚਾਇਤਾਂ ਕਰਦੀਆਂ ਸਨ। ਇਹ ਪੰਚਾਇਤ ਪਿੰਡ ਦੇ 5 ਆਦਮੀਆਂ ਦੀ ਇੱਕ ਕਮੇਟੀ ਹੁੰਦੀ ਸੀ ਅਤੇ ਇਸ ਦੇ ਮੈਂਬਰ ਪਿੰਡ ਦੇ ਧਨਾੜ, ਮਾਨਵਰ ਅਤੇ ਸਮਝ ਵਾਲੇ ਵਿਅਕਤੀ ਹੁੰਦੇ ਸਨ। ਇਹਨਾਂ ਮੈਂਬਰਾਂ ਦੀ ਕੋਈ ਤਨਖਾਹ ਨਹੀਂ ਸੀ ਹੁੰਦੀ। ਇਹਨਾਂ ਦੇ ਫੈਸਲੇ ਦੀ ਅਪੀਲ ਕਾਰਦਾਰ ਪਾਸ ਹੁੰਦੀ ਸੀ। ਪਰਗਣੇ ਵਿੱਚ ਇਨਸਾਫ ਲਈ ਨਾਜ਼ਮ ਨਿਯਤ ਹੁੰਦੇ ਸਨ ਜੋ ਫੈਸਲੇ ਕਰਦੇ ਸਨ ਅਤੇ ਇਹਨਾਂ ਤੋਂ ਉੱਤੇ ਹੋਰ ਅਫਸਰ ਜੋ ਜ਼ਿਲ੍ਹੇ ਵਿੱਚ ਹੀ ਹੁੰਦੇ ਸਨ ਉਹਨਾਂ ਨੂੰ ਅਦਾਲਤੀ ਆਖਦੇ ਸਨ। ਇਸ ਤੋਂ ਉਪਰੰਤ ਲਾਹੌਰ ਵਿੱਚ ਮਹਾਰਾਜਾ ਦਾ ਦਰਬਾਰ ਸੀ ਜਿਸ ਨੂੰ ਅਦਾਲਤੁਲ ਆਲਾ ਜਾਣੀ ਹਾਈ ਕੋਰਟ ਆਖਦੇ ਸਨ। ਮਹਾਰਾਜਾ ਕਿਲ੍ਹੇ ਸਾਹਮਣੇ 12 ਦਰੀ ਵਿੱਚ ਕਚਹਿਰੀ ਲਾ ਕੇ ਆਪ ਫੈਸਲੇ ਕਰਦਾ ਸੀ। ਇੱਥੇ ਉਹ ਮੁਕੱਦਮੇ ਹੁੰਦੇ ਸਨ ਜਿਹੜੇ ਕਾਰਦਾਰਾਂ ਜਾਂ ਨਾਜ਼ਮਾਂ ਤੋਂ ਨਾ ਨਿਬੜਨ। ਕਾਨੂੰਨ ਦੀ ਗੱਲ, ਵਿਆਹ ਸ਼ਾਦੀਆਂ ਅਤੇ ਮੁਕੱਦਮੇ ਕਾਜ਼ੀਆਂ ਜਾਂ ਪਿੰਡਾਂ ਦੀਆਂ ਸਾਂਝੀਆਂ ਬਣੀਆਂ ਹੋਈਆਂ ਵਿਹਾਰੀ ਸਭਾਵਾਂ ਹੀ ਪੰਚਾਇਤਾਂ ਦੀ ਸਹਾਇਤਾ ਨਾਲ ਨਿਬੇੜ ਦਿੰਦੀਆਂ ਸਨ। ਲੈਣ ਦੇਣ, ਉਧਾਰ, ਧੋਖੇ ਆਦਿ ਦੇ ਮੁਕੱਦਮੇ ਕੇਵਲ ਅਗਰਾਹਾਂ ਦੇ ਸੁਗੰਧ ਖਾਣ 'ਤੇ ਹੀ ਨਿਬੇੜ ਦਿੱਤੇ ਜਾਂਦੇ ਸਨ। ਜ਼ਮੀਨਾਂ ਦੀਆਂ ਵੱਟਾਂ, ਹੱਦਬੰਦੀਆਂ ਜਾਂ ਹੱਕ ਸ਼ੁਫੇ ਦੇ ਮੁਕੱਦਮਿਆਂ ਦੇ ਫੈਸਲੇ ਪਿਛਲੇ ਰਜਿਸਟਰ ਜਿਹੜੇ ਕਾਜ਼ੀ ਖਾਨਿਆਂ ਵਿੱਚ ਮੁਸਲਮਾਨਾਂ ਦੇ ਵੇਲੇ ਤੋਂ ਹੀ ਰੱਖੇ ਹੋਏ ਸਨ ਦੇਖੇ ਜਾਂਦੇ ਸਨ ਅਤੇ ਉਹਨਾਂ ਦੇ ਆਧਾਰ 'ਤੇ ਫੈਸਲਾ ਕਰ ਦਿੱਤਾ ਜਾਂਦਾ ਸੀ। ਕੋਰਟ ਫੀਸ, ਅਰਜ਼ੀਆਂ ਉੱਤੇ ਪਹਿਲਾਂ ਸ਼ਾਹੀ ਮੋਹਰ ਅੱਜ ਕੱਲ੍ਹ ਵਾਂਗ ਲਾਉਣੀ ਪੈਂਦੀ ਸੀ। ਇਹ ਮੋਹਰ ਬਹੁਤ ਮਹਿੰਗੀ ਪੈਂਦੀ ਸੀ ਕਿਉਂਕਿ ਸ਼ਾਹੀ ਮੋਹਰ ਮਹਾਰਾਜਾ ਰਣਜੀਤ ਸਿੰਘ ਠੇਕੇ 'ਤੇ ਦੇ ਦਿੰਦੇ ਸਨ। ਇਸ ਲਈ ਠੇਕੇਦਾਰ ਮੋਹਰ ਲਾਉਣ ਦੇ ਬਹੁਤ ਪੈਸੇ ਲੈਂਦਾ ਸੀ। ਪਹਿਲਾਂ ਲਾਹੌਰ ਦੇ ਵੱਡੇ ਦਫ਼ਤਰ ਦੀ ਸ਼ਾਹੀ ਮੋਹਰ 1,80,000 ਰੁਪਏ ਸਾਲ 'ਤੇ ਕਈ ਸਾਲ ਦੀਵਾਨ ਦਾਸ ਕੋਲ ਰਹੀ ਅਤੇ ਫਿਰ 23,000 ਰੁਪਏ ਸਾਲ ਦੇ ਵਧਾ ਕੇ ਦੇਵੀ ਸੁਹਾਏ ਨੇ ਲੈ ਲਈ। ਜਿਹੜੀ ਧਿਰ ਜਿੱਤ ਜਾਵੇ ਉਸ ਤੋਂ ਕੁਝ ਹੋਰ ਫੀਸ ਇਨਾਮ ਦੇ ਤੌਰ 'ਤੇ ਲਈ ਜਾਂਦੀ ਸੀ। ਜਦੋਂ ਦਾਅਵਾ ਖਾਰਜ ਹੋ ਜਾਵੇ ਤਾਂ ਦੋਹਾਂ ਧਿਰਾਂ ਤੋਂ ਕੁਝ ਫੀਸ ਲਈ ਜਾਂਦੀ ਸੀ ਅਤੇ ਜੇਕਰ ਮੁਦਾਲੇ ਪਹਿਲੀ ਪੇਸ਼ੀ 'ਤੇ ਹਾਜ਼ਰ ਨਾ ਹੋਵੇ ਤਾਂ ਉਸ ਤੋਂ ਜੁਰਮਾਨਾ ਲਿਆ ਜਾਂਦਾ ਸੀ ਕਿ ਇਸ ਨੇ ਜੱਜ ਦਾ ਵਕਤ ਵਾਧੂ ਗਵਾਇਆ ਹੈ। ਸਜ਼ਾਵਾਂ, ਮੌਤ ਜਾਂ ਫਾਂਸੀ ਦੀ ਸਜ਼ਾ ਤਾਂ ਬਹੁਤ ਹੀ ਘੱਟ ਸੀ ਅਤੇ ਇਹ ਸਜ਼ਾ ਦੇਣ ਦਾ ਮਹਾਰਾਜੇ ਤੋਂ ਬਿਨਾਂ ਹੋਰ ਕਿਸੇ ਨੂੰ ਅਖਤਿਆਰ ਨਹੀਂ ਸੀ। ਬਹੁਤ ਮੁਕੱਦਮਿਆਂ ਵਿੱਚ ਜੁਰਮਾਨਾ ਹੀ ਹੁੰਦਾ ਸੀ, ਕੈਦ ਬਿਲਕੁਲ ਕੋਈ ਨਹੀਂ ਸੀ ਹੁੰਦੀ। ਮਹਾਰਾਜਾ ਆਪ ਵੀ ਬਹੁਤ ਵਾਰੀ ਗੁਪਤ ਤੌਰ 'ਤੇ ਦੌਰਾ ਕਰਦਾ ਰਹਿੰਦਾ ਸੀ। ਇਸ ਲਈ ਨਾਜ਼ਮਾਂ ਅਤੇ ਹੋਰ ਅਫਸਰਾਂ ਨੂੰ ਹਰ ਵੇਲੇ ਡਰ ਰਹਿੰਦਾ ਸੀ ਜਿਸ ਦੇ ਕਾਰਨ ਉਹ ਆਪਣੇ ਕੰਮ ਵਿੱਚ ਕਦੇ ਢਿੱਲੇ ਨਹੀਂ ਸਨ ਹੁੰਦੇ ਅਤੇ ਦਿਆਨਤਦਾਰੀ ਨਾਲ ਕੰਮ ਕਰਦੇ ਸਨ। ਆਪਣੇ ਦੌਰੇ ਸਮੇਂ ਮਹਾਰਾਜਾ ਜੇਕਰ ਕਿਸੇ ਦਾ ਇੰਤਜ਼ਾਮ ਠੀਕ ਨਾ ਦੇਖਦਾ ਤਾਂ ਫਿਰ ਬੁਲਾ ਕੇ ਉਸ ਨੂੰ ਚੰਗੀ ਤਰ੍ਹਾਂ ਡਾਂਟਦਾ ਸੀ। ਇੱਕ ਰਾਜ ਤੇ ਇੱਕ ਦੀਰਘ ਵਿਚਾਰ ਤੇ ਹੁਣ ਇਸ ਰਾਜ ਤੇ ਇੱਕ ਦੀਰਘ ਵਿਚਾਰ ਤੇ ਅੰਤਮ ਸਿੱਟਾ ਕੀ ਹੈ? ਭਾਵ
ਇਹ ਰਾਜ ਪ੍ਰਬੰਧ ਇੱਕ ਸਾਦਾ ਜਿਹਾ ਤੇ ਝਟਕਾ ਮਾਲੂਮ ਹੁੰਦਾ ਹੈ, ਪਰ ਇਹ ਪੰਜਾਬ ਲਈ ਅਤੀ ਲਾਭਦਾਇਕ ਸੀ। ਉਸ ਵੇਲੇ ਦੇ ਪੰਜਾਬ ਤੇ ਅੱਜ ਕੱਲ੍ਹ ਦੇ ਪੰਜਾਬ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਉਸ ਸਮੇਂ ਲੋਕ ਬਹੁਤੇ ਜੋਸ਼ੀਲੇ ਤੇ ਧਾੜਵੀ ਸਨ। ਜੇ ਕੋਈ ਬਹੁਤ ਸਖਤ ਅਤੇ ਲੋਕਾਂ ਨੂੰ ਤੰਗ ਕਰਨ ਵਾਲਾ ਪ੍ਰਬੰਧ ਹੁੰਦਾ ਤਾਂ ਲੋਕਾਂ ਤੇ ਮਹਾਰਾਜੇ ਵਿੱਚ ਫਸਾਦ ਹੋ ਪੈਣ ਦਾ ਡਰ ਸੀ। ਅਸੀਂ ਦੇਖਦੇ ਹਾਂ ਕਿ ਅਜਿਹੇ ਰਾਜ ਵਿੱਚ ਸਭ ਲੋਕ ਖੁਸ਼ ਅਤੇ ਅਮਨ ਅਮਾਨ ਵਿੱਚ ਸਨ ਅਤੇ ਅਫਸਰਾਂ ਨੂੰ ਹਰ ਵੇਲੇ ਸਰਕਾਰ ਦਾ ਡਰ ਸਿਰ 'ਤੇ ਹੋਣ ਕਰਕੇ ਉਹ ਕੰਮ ਇਮਾਨਦਾਰੀ ਨਾਲ ਦਿਲ ਲਾ ਕੇ ਕਰਦੇ ਸਨ ਅਤੇ ਵੱਡੀਆਂ ਦਾ ਰਿਵਾਜ ਵੀ ਬਹੁਤ ਘੱਟ ਸੀ। ਮੈਲਕਮ ਆਪ ਲਿਖਦਾ ਹੈ, The Sikh system was most congenial to the temper of the people। ਜਾਣੀ ਸਿੱਖ ਰਾਜ ਪ੍ਰਬੰਧ ਲੋਕਾਂ ਦੇ ਬਿਲਕੁਲ ਮੁਆਫਕ ਸੀ। ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਪੰਜਾਬ ਦੇਸ਼ ਪਸਾਦ ਦੇ ਵੱਡੇ ਘੱਲੂਘਾਰੇ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਸੀ, ਪਰ ਮਹਾਰਾਜਾ ਨੇ ਇਹਨਾਂ ਫਸਾਦ ਦੇ ਪੁਰਜਿਆਂ ਨੂੰ ਇੱਕ ਅਜਿਹੀ ਮਸ਼ੀਨ ਦੀ ਸ਼ਕਲ ਵਿੱਚ ਜੋੜਿਆ ਕਿ ਜਿਸ ਮਸ਼ੀਨ ਦੇ ਚੱਲਣ ਨਾਲ ਮੁਲਕ ਵਿੱਚ ਖੁਸ਼ਹਾਲੀ, ਸ਼ਾਂਤੀ ਅਤੇ ਉੱਨਤੀ ਦਿਨੋਂ ਦਿਨ ਚੜ੍ਹਦੀਆਂ ਕਲਾਂ 'ਤੇ ਹੋਣ ਲੱਗੀ। ਇੱਕ ਦੀਰਘ ਵਿਚਾਰ ਨਾਲ ਦੇਖੀਏ ਕਿ ਮਹਾਰਾਜੇ ਵਿੱਚ ਕੀ ਗੁਣ ਸਨ ਜਿਨ੍ਹਾਂ ਕਰਕੇ ਇਹ ਸਭ ਕੰਮ ਦਾ ਸਿਹਰਾ ਉਸ ਦੇ ਸਿਰ ਵੱਜਾ, ਤਾਂ ਪਤਾ ਲੱਗਦਾ ਹੈ ਕਿ ਉਸਨੇ ਸਭ ਆਦਮੀਆਂ ਨੂੰ ਇੱਕੋ ਜਿਹਾ ਜਾਣਿਆ ਅਤੇ ਸਿੱਖ, ਹਿੰਦੂ, ਮੁਸਲਮਾਨ ਅਤੇ ਅੰਗਰੇਜ਼ ਇੱਕੋ ਜਿਹੇ ਅਧਿਕਾਰੀ ਸਨ, ਇੱਕੋ ਜਿਹੇ ਉਹਨਾਂ ਦੇ ਅਧਿਕਾਰ ਸਨ। ਉਸਨੇ ਲਿਆਕਤ ਨੂੰ ਮੁੱਖ ਰੱਖਿਆ ਅਤੇ ਕੋਈ ਕੰਮ ਕਿਸੇ ਖਾਨਦਾਨ ਦਾ ਜੱਦੀ ਨਹੀਂ ਸਮਝਿਆ। ਕਿਸੇ ਫਤਿਹ ਜਾਂ ਸਫਲਤਾ ਨੂੰ ਆਪਣੇ ਵੱਲੋਂ ਨਹੀਂ ਸਮਝਿਆ, ਸਗੋਂ ਖਾਲਸਾ ਪੰਥ ਦੀ ਕਿਰਪਾ ਜਾਣੀ। ਹਿੰਮਤ ਕਰਨ ਤੋਂ ਕਦੇ ਪਿੱਛੇ ਨਹੀਂ ਹਟਿਆ ਅਤੇ ਝੂਠੇ ਦਿਖਾਵਿਆਂ ਤੋਂ ਸਦਾ ਮੂੰਹ ਮੋੜਿਆ। ਭਾਵੇਂ ਕਈ ਇਤਿਹਾਸਕਾਰਾਂ ਨੇ ਇਹ ਲਿਖਿਆ ਹੈ ਕਿ ਇਸ ਪ੍ਰਬੰਧ ਵਿੱਚ ਕਈ ਨੁਕਸ ਸਨ, ਪਰ ਫਸਾਦਾਂ ਤੇ ਫੁੱਟ ਦੇ ਸਮੁੰਦਰ ਦੇ ਥੱਲੇ ਡੁੱਬੇ ਪਏ ਪੰਜਾਬ ਨੂੰ ਕਿਸੇ ਕਿਨਾਰੇ 'ਤੇ ਨਹੀਂ ਤਾਂ ਘੱਟੋ ਘੱਟ ਹਿੰਮਤ ਅਤੇ ਤਰਤੀਬ ਦੀ ਮਜ਼ਬੂਤ ਸੂਤਰੀ ਨਾਲ ਇਸ ਨੂੰ ਥੱਲਿਓਂ ਕੱਢ ਕੇ ਕਾਨੂੰਨ, ਪ੍ਰਬੰਧ, ਖੁਸ਼ਹਾਲੀ ਅਤੇ ਉੱਨਤੀ ਦੀ ਕਿਸ਼ਤੀ ਵਿੱਚ ਬਿਠਾਉਣ ਵਾਲਾ ਤਾਂ ਅਸੀਂ ਇਸੇ ਮਹਾਰਾਜੇ ਨੂੰ ਹੀ ਕਹਾਂਗੇ। ਦੂਜੀ ਗੱਲ ਇਹ ਕਿ ਇਸ ਦੇ ਸਾਹਮਣੇ ਕਿਸੇ ਚੰਗੇ ਰਾਜ ਪ੍ਰਬੰਧ ਦਾ ਨਮੂਨਾ ਵੀ ਤਾਂ ਨਹੀਂ ਸੀ। ਕੋਈ ਚੰਗਾ ਰਾਜਨੀਤਿਕ ਪੁਰਸ਼ ਸਹਾਇਕ ਵੀ ਨਹੀਂ ਸੀ ਅਤੇ ਕੋਈ ਦਿਲ ਵਿੱਚ ਉਤਸ਼ਾਹ ਪੈਦਾ ਕਰਨ ਵਾਲੀ ਪਿਛਲੀ ਲਿਖਤ ਵੀ ਨਹੀਂ ਸੀ, ਅਤੇ ਜੋ ਕੁਝ ਉਸਨੇ ਕੀਤਾ ਆਪਣੀ ਅਨਪੜ੍ਹ ਬੁੱਧੀ ਅਤੇ ਹਿੰਮਤ ਨਾਲ ਕੀਤਾ। ਇਸ ਲਈ ਉਸ ਦਾ ਰਾਜ ਪ੍ਰਬੰਧ ਸਭ ਪੱਖਾਂ ਵੱਲੋਂ ਪ੍ਰਜਾ ਲਈ ਲਾਭਦਾਇਕ ਅਤੇ ਉਸ ਲਈ ਜਸ ਦਾ ਤਾਜ ਪਹਿਨਾਉਣ ਦੇ ਯੋਗ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।